ਤੁਸੀਂ ਪ੍ਰੋਪਰਟੀ ਲੈਣ ਦਾ ਸੋਚ ਰਹੇ ਹੋ ਤੇ ਇਹ ਚਾਹੁੰਦੇ ਹੋ ਕਿ ਇੱਕ ਪ੍ਰੋਪਰਟੀ ਆਪਣੇ ਨਾਂ ਤੇ ਲਿੱਤੀ ਜਾਏ ਜਾਂ ਕੰਪਨੀ ਦੇ ਨਾਂ ਤੇ ਲਿੱਤੀ ਜਾਏ ਤੇ ਦਿਸ ਵੀਡੀਓ ਇਜ਼ ਫॉर ਯੂ, ਜਿਸ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਤੁਹਾਨੂੰ ਕਿਹੜਾ ਆਪਸ਼ਨ ਸੂਟ ਕਰ ਸਕਦਾ ਹੈ। ਅਕਸਰ ਲੋਕਾਂ ਵਾਸਤੇ ਬਾਇੰਗ ਅ ਪ੍ਰੋਪਰਟੀ ਜ਼ਾਤੀ ਨਾਂ ਤੇ ਜਾਂ ਕੰਪਨੀ ਦੇ ਨਾਂ ਤੇ ਇਜ਼ ਅ ਸਟ੍ਰੈਟੇਜਿਕ ਡਿਸੀਜਨ ਤੇ ਇਹ ਡਿਸੀਜਨ ਬੇਸ ਕਰਦਾ ਤੁਹਾਡੇ ਫਾਈਨੈਂਸ਼ੀਅਲ ਗੋਲਸ ਤੇ, ਤੁਹਾਡੀ ਟੈਕਸ ਪੋਜੀਸ਼ਨ ਤੇ ਐਂਡ ਯੋਰ ਲੌਂਗ ਟਰਮ ਪਲਾਨਸ। ਤੇ ਪਹਿਲੇ ਅਸੀਂ ਇਹ ਚੈੱਕ ਕਰ ਲੈਂਦੇ ਹਾਂ ਕਿ ਅਗਰ ਤੁਸੀਂ ਪ੍ਰੋਪਰਟੀ ਆਪਣੇ ਨਾਂ ਤੇ ਬਾਏ ਕਰਦੇ ਹੋ ਤੇ ਉਸ ਦੇ ਕੀ ਪੋਜ਼ਿਟਿਵ ਐਸਪੈਕਟਸ ਨੇ, ਫਿਰ ਅਸੀਂ ਚੰਦ ਨੈਗੇਟਿਵ ਐਸਪੈਕਟਸ ਜਾਂ ਚੈਲੰਜਸ ਡਿਸਕਸ ਕਰ ਲਾਂਗੇ। ਫਸਟ ਆਫ ਆਲ ਪੋਜ਼ਿਟਿਵ ਐਸਪੈਕਟਸ ਵਿੱਚ ਇਹ ਹੈ ਕਿ ਅਗਰ ਤੁਸੀਂ ਪ੍ਰੋਪਰਟੀ ਆਪਣੇ ਨਾਂ ਤੇ ਬਾਏ ਕਰਦੇ ਹੋ ਤੇ ਇਟਸ ਵੈਰੀ ਸਿੰਪਲ, ਸਿੰਪਲਿਸਿਟੀ ਇਜ਼ ਦ ਕੀ। ਫਿਊਰ ਲੀਗਲ ਐਂਡ ਐਡਮਿਨ ਰਿਕੁਆਇਰਮੈਂਟਸ ਜਾਂ ਐਡਮਿਨ ਬਰਡਨਸ ਨੇ। ਤੁਸੀਂ ਪ੍ਰੋਪਰਟੀ ਬਾਏ ਕਰੋਗੇ, ਤੁਸੀਂ ਹਰ ਸਾਲ ਉਸ ਦਾ ਟੈਕਸ ਫਾਈਲ ਕਰ ਦੋਗੇ ਆਪਣੇ ਨਾਂ ਤੇ, ਇਟ ਵਿਲ ਬੀ ਐਡਿਡ ਅਪ ਟੂ ਯੋਰ ਪਰਸਨਲ ਇਨਕਮ ਐਂਡ ਦੈਟਸ ਪ੍ਰੀ ਮਚ ਇਟ। ਫਿਰ ਅਗਰ ਤੁਸੀਂ ਪ੍ਰੋਪਰਟੀ ਪਰਸਨਲ ਨਾਂ ਤੇ ਬਾਏ ਕਰ ਰਹੇ ਹੋ ਤੇ ਮੌਜੂਦਾ ਜਿਹੜੇ ਆਪਸ਼ਨਸ ਹੈ ਉਸ ਵਿੱਚ ਇੰਡੀਵਿਜੂਅਲ ਨੂੰ ਬਿਹਤਰ ਮੌਰਗੇਜ ਡੀਲਸ ਮਿਲ ਜਾਂਦੀਆਂ ਨੇ ਵਿਦ ਲੈਸ ਇੰਟਰਸਟ ਰੇਟ ਐਂਡ ਇਫ ਐਪਲੀਕੇਬਲ ਫਸਟ ਟਾਈਮ ਬਾਇਰ ਵੀ ਆਪਸ਼ਨ ਹੋ ਸਕਦਾ ਅਵੇਲੇਬਲ ਹੋ ਐਂਡ ਯੂ ਗੈਟ ਈਵਨ ਅ ਬੈਟਰ ਡੀਲ। ਐਸੇ ਹੀ ਅਗਰ ਪ੍ਰੋਪਰਟੀ ਤੁਸੀਂ ਆਪਣੇ ਨਾਂ ਤੇ ਬਾਏ ਕਰ ਰਹੇ ਹੋ ਦੈਨ ਯੂ ਗੋਟ ਕੈਪੀਟਲ ਗੇਨਸ ਅਲਾਊਂਸ ਦੈਨ ਯੂ ਕੈਨ ਯੂਟੀਲਾਈਜ਼ ਔਨ ਸੈਲਿੰਗ ਦ ਪ੍ਰੋਪਰਟੀ। ਕਰੰਟ ਈਅਰ ਵਿੱਚ 3000 ਪਾਉਂਡਸ ਇਜ਼ ਕੈਪੀਟਲ ਗੇਨ ਐਗਜ਼ੈਂਪਸ਼ਨ ਲਿਮਿਟ। ਅਗਲੇ ਸਾਲਾਂ ਵਿੱਚ ਲਿਮਿਟ ਘੱਟ ਹੋ ਜਾਏਗੀ। ਦੈਨ ਸਟੈਂਪ ਡਿਊਟੀ ਰਿਲੀਫ, ਅਗਰ ਤੁਸੀਂ ਫਸਟ ਟਾਈਮ ਬਾਇਰ ਹੋ ਤੇ ਯੂ ਕੈਨ ਗੋ ਫॉर ਫਸਟ ਟਾਈਮ ਬਾਇਰ ਰਿਲੀਫ ਫॉर ਸਟੈਂਪ ਡਿਊਟੀ। ਐਸੇ ਹੀ ਜਦੋਂ ਤੁਸੀਂ ਪ੍ਰੋਪਰਟੀ ਤੋਂ ਇਨਕਮ ਜਨਰੇਟ ਕਰੋਗੇ ਇਟ ਵਿਲ ਬੀ ਐਡਿਡ ਟੂ ਯੋਰ ਪਰਸਨਲ ਇਨਕਮ। ਟੋਟਲ ਇਨਕਮ ਵਿੱਚੋਂ ਤੁਹਾਡਾ ਪਰਸਨਲ ਅਲਾਊਂਸ ਨਿਕਲ ਕੇ ਬਾਕੀ ਅਮਾਊਂਟ ਤੇ ਤੁਹਾਡਾ ਟੈਕਸ ਕੈਲਕੂਲੇਟ ਹੋਏਗਾ। ਕੰਪਨੀਜ਼ ਡੂ ਨਾਟ ਹੈਵ ਐਨੀ ਪਰਸਨਲ ਅਲਾਊਂਸ। ਇਨ ਕੇਸ ਆਫ ਬਾਇੰਗ ਅ ਪ੍ਰੋਪਰਟੀ ਇਨ ਯੋਰ ਪਰਸਨਲ ਨੇਮ ਦੇਰ ਇਜ਼ ਨੋ ਡਬਲ ਟੈਕਸੇਸ਼ਨ। ਤੁਸੀਂ ਆਪਣਾ ਇਨਕਮ ਟੈਕਸ ਸੈਪਰੇਟ ਪੇ ਕਰ ਰਹੇ ਹੋ, ਪ੍ਰੋਪਰਟੀ ਵੇਚੋਗੇ ਤੇ ਤੁਸੀਂ ਆਪਣਾ ਕੈਪੀਟਲ ਗੇਨ ਟੈਕਸ ਪੇ ਕਰ ਦਿਓਗੇ। ਲਾਸਟ direct control ਹੋਏਗਾ, you will own the property and you will manage it and the assets will be in your name. Now let's look at few of the challenges, ਮੁਸ਼ਕਿਲਾਤ ਜਿਹੜੀ ਤੁਸੀਂ ਫੇਸ ਕਰ ਸਕਦੇ ਹੋ। ਸਭ ਤੋਂ ਪਹਿਲੀ ਤੇ ਸਭ ਤੋਂ ਜ਼ਰੂਰੀ ਇਹ ਹੈ ਕਿ ਮੌਰਗੇਜ ਇੰਟਰਸਟ ਜਿਹੜਾ ਕਿ ਪਹਿਲੇ ਐਕਸਪੈਂਸ ਕੈਲਕੂਲੇਟ ਹੁੰਦਾ ਸੀ ਤੁਹਾਡੇ ਟੋਟਲ ਇਨਕਮ ਵਿੱਚੋਂ ਲੈਸ ਹੋ ਕੇ ਉਸ 'ਤੇ ਟੈਕਸ ਲੱਗਦਾ ਸੀ। ਹੁਣ ਮੌਰਗੇਜ ਇੰਟਰਸਟ ਫॉर ਇੰਡੀਵਿਜੂਅਲਸ ਇਜ਼ ਨਾਟ ਐਨ ਐਲੀਜੀਬਲ ਐਕਸਪੈਂਸ, ਬਲਕਿ ਤੁਹਾਨੂੰ ਜਿਹੜਾ ਟੋਟਲ ਇੰਟਰਸਟ ਤੁਹਾਡਾ ਬਣਿਆ ਉਸ 'ਤੇ 20% ਟੈਕਸ ਰਿਲੀਫ ਮਿਲ ਜਾਏਗਾ। ਸੈਕਸ਼ਨ 24 ਕੀ ਹੈ, ਕਿਸ ਤਰ੍ਹਾਂ ਇੰਪੈਕਟ ਕਰੇਗਾ, ਇਸ ਦੇ ਬਾਰੇ ਸਾਡੀ ਇੱਕ ਹੋਰ ਵੀਡੀਓ ਹੈ, ਕਾਈਂਡਲੀ ਉਹ ਜ਼ਰੂਰ ਦੇਖੋ ਜਿਸ ਵਿੱਚ ਤੁਹਾਨੂੰ ਮਜ਼ੀਦ ਮਾਲੂਮਾਤ ਮਿਲ ਜਾਏਗੀ। ਅਗਰ ਤੁਸੀਂ ਰੈਂਟਲ ਇਨਕਮ ਤੇ ਆਪਣੀ ਅਦਰ ਇਨਕਮ ਐਡ ਕਰ ਰਹੇ ਹੋ ਸਕਦਾ ਹੈ ਕਿ ਤੁਸੀਂ ਫਾਲ ਕਰ ਜਾਓ ਹਾਇਰ ਰੇਟ ਟੈਕਸ ਬ੍ਰੈਕਟ ਵਿੱਚ ਐਂਡ ਯੂ ਮੇ ਐਂਡ ਅਪ ਪੇਇੰਗ ਟੈਕਸਿਸ ਔਨ ਦਾ ਹਾਇਰ ਰੇਟ। ਹੁਣ ਅਸੀਂ ਇਹ ਚੈੱਕ ਕਰ ਲੈਂਦੇ ਹਾਂ ਕਿ ਅਗਰ ਤੁਸੀਂ ਪ੍ਰੋਪਰਟੀ ਆਪਣੀ ਲਿਮਿਟਿਡ ਕੰਪਨੀ ਦੇ ਥਰੂ ਬਾਏ ਕਰਦੇ ਹੋ ਤੇ ਉਸ ਦੇ ਤੁਹਾਨੂੰ ਕੀ ਫਾਇਦੇ ਹੋ ਸਕਦੇ ਨੇ। ਸਭ ਤੋਂ ਪਹਿਲਾ ਜਿਹੜਾ ਅਸੀਂ ਹੁਣੇ ਵੀ ਡਿਸਕਸ ਕੀਤਾ ਸੀ ਸੈਕਸ਼ਨ 24 ਇੰਡੀਵਿਜੂਅਲਸ ਸੈਕਸ਼ਨ 24 ਦੇ ਅੰਡਰ ਮੌਰਗੇਜ ਇੰਟਰਸਟ ਆਪਣਾ ਐਕਸਪੈਂਸ ਡਿਡਕਟ ਨਹੀਂ ਕਰ ਸਕਦੇ। ਬਟ ਅਗਰ ਤੁਸੀਂ ਪ੍ਰੋਪਰਟੀ ਲਿਮਿਟਿਡ ਕੰਪਨੀ ਦੇ ਥਰੂ ਬਾਏ ਕਰਦੇ ਹੋ ਤੇ ਜਿੰਨਾ ਵੀ ਤੁਸੀਂ ਇੰਟਰਸਟ ਪੇ ਕਰ ਰਹੇ ਹੋ ਇਟ ਵਿਲ ਬੀ ਯੋਰ ਐਕਸਪੈਂਸ। ਪਹਿਲੇ ਤੁਹਾਡੇ ਰੈਂਟ ਵਿੱਚੋਂ ਐਕਸਪੈਂਸ ਨਿਕਲੇਗਾ, ਬਾਕੀ ਖਰਚੇ ਨਿਕਲਣਗੇ, ਇੰਟਰਸਟ ਨਿਕਲੇਗਾ, ਫਿਰ ਜਿਹੜਾ ਮੁਨਾਫਾ ਬਚੇਗਾ ਤੁਸੀਂ ਉਸ 'ਤੇ ਟੈਕਸ ਪੇ ਕਰੋਗੇ। ਐਜ਼ ਆਈ ਮੈਂਸ਼ਨ ਕਿ ਸੈਕਸ਼ਨ 24 ਦੇ ਬਾਰੇ ਸਾਡੀ ਦੂਜੀ ਵੀਡੀਓ ਹੈ, ਪਲੀਜ਼ ਵਾਚ ਇਟ। ਫਿਰ companies have got lower tax rates, call it between 19 to 25% that may be applicable to your company, but companies do not have any personal allowance. ਅਗਰ ਤੁਸੀਂ ਕੰਪਨੀ ਦੇ ਥਰੂ ਬਾਏ ਕਰ ਰਹੇ ਹੋ ਤਾਂ ਯੂ ਗੋਟ ਰੀਇਨਵੈਸਟਮੈਂਟ ਫਲੈਕਸੀਬਿਲਿਟੀ ਕਿ ਤੁਸੀਂ ਆਪਣੇ ਮੁਨਾਫੇ ਕੰਪਨੀ 'ਚ ਹੀ ਰੱਖੋਗੇ, ਉਹਨੂੰ ਤੁਸੀਂ ਰੀਇਨਵੈਸਟ ਕਰਕੇ ਫਰਦਰ ਪ੍ਰੋਪਰਟੀਜ਼ ਬਾਏ ਕਰ ਸਕਦੇ ਹੋ ਔਰ ਉਸ 'ਤੇ ਤੁਹਾਨੂੰ ਐਡੀਸ਼ਨਲ ਟੈਕਸ ਨਹੀਂ ਪੇ ਕਰਨਾ ਪਏਗਾ। ਸਟੇਟ ਪਲੈਨਿੰਗ ਇਜ਼ ਈਜ਼ੀ ਇਨ ਕੇਸ ਆਫ ਲਿਮਿਟਿਡ ਕੰਪਨੀ। ਸ਼ੇਅਰਸ ਕੈਨ ਬੀ ਸਟਰਕਚਰਡ ਫॉर ਇਨਹੈਰੀਟੈਂਸਿਸ that gives you flexibility. ਲਾਸਟ ਪ੍ਰੋਫੈਸ਼ਨਲ ਇਮੇਜ ਜਿਹੜਾ ਹੈ ਕੰਪਨੀ ਦਾ ਉਹ ਬਹੁਤ ਬਿਹਤਰ ਹੁੰਦਾ ਹੈ ਕੰਪੇਅਰ ਟੂ ਇੰਡੀਵਿਜੂਅਲਸ। ਸੋ ਲੈਂਡਰਸ ਹੋ ਗਏ, ਇਨਵੈਸਟਰਸ ਹੋ ਗਏ, ਜਾਂ ਜੁਆਇੰਟ ਵੈਂਚਰ ਪਾਰਟਨਰਸ ਵਗੈਰਾ ਜਿਹੜੇ ਨੇ ਵੈਨ ਦੇ ਲੁੱਕ ਐਟ ਦ ਲਿਮਿਟਿਡ ਕੰਪਨੀ ਤੇ ਕੰਪਨੀ ਦਾ ਇਮੇਜ ਇਜ਼ ਬੈਟਰ ਕੰਪੇਅਰ ਟੂ ਇਫ ਦ ਪ੍ਰੋਪਰਟੀ ਇਜ਼ ਹੈਲਡ ਇਨ ਯੋਰ ਪਰਸਨਲ ਨੇਮ। ਹੁਣ ਅਸੀਂ ਇਹ ਚੈੱਕ ਕਰ ਲੈਂਦੇ ਹਾਂ ਕਿ ਅਗਰ ਤੁਸੀਂ ਲਿਮਿਟਿਡ ਕੰਪਨੀ 'ਤੇ ਬਾਏ ਕਰ ਰਹੇ ਹੋ ਤਾਂ ਤੁਹਾਨੂੰ ਕੀ ਮੁਸ਼ਕਿਲਾਤ ਫੇਸ ਕੀਤੀ ਜਾ ਸਕਦੀਆਂ। ਸਭ ਤੋਂ ਪਹਿਲੇ ਤਾਂ ਇਹ ਕਿ ਕੰਪਨੀਜ਼ ਨੂੰ ਅਮੂਮਨ ਜਿਹੜਾ ਮੌਰਗੇਜ ਰੇਟ ਮਿਲਦਾ ਹੈ ਮੌਜੂਦਾ ਅਵੇਲੇਬਲ ਆਪਸ਼ਨਸ ਵਿੱਚ ਇਟ ਇਜ਼ ਹਾਇਰ ਦੈਨ ਦ ਰੇਟ ਦੈਟ ਯੂ ਗੈਟ ਫॉर ਯੋਰ ਪਰਸਨਲ। ਜ਼ਾਤੀ ਤੌਰ 'ਤੇ ਹੋ ਸਕਦਾ ਤੁਹਾਨੂੰ ਬਿਹਤਰ ਮੌਰਗੇਜ ਡੀਲ ਮਿਲ ਜਾਏ, ਲਿਮਿਟਿਡ ਕੰਪਨੀ ਦੇ ਕੇਸ ਵਿੱਚ ਥੋੜ੍ਹਾ ਜਿਹਾ ਹਾਇਰ ਰੇਟ ਮਿਲਦਾ ਹੈ। ਫਿਰ ਕੰਪਨੀ ਦਾ ਪਰਸਨਲ ਅਲਾਊਂਸ ਕੋਈ ਵੀ ਨਹੀਂ ਹੁੰਦਾ। ਤੁਹਾਡੀ ਕੰਪਨੀ ਨੇ ਅਗਰ 1 ਪਾਉਂਡ ਮੁਨਾਫਾ ਕੀਤਾ ਜਾਂ 10,000 ਕੀਤਾ ਇਟ ਵਿਲ ਸਟਿਲ ਪੇ 19 to 25% ਆਫ ਟੈਕਸ। ਐਸੇ ਹੀ
ਐਜ਼ ਵੀ ਡਿਸਕਸਡ ਕੰਪਨੀ ਕੈਪੀਟਲ ਗੇਨਸ ਕੋਈ ਐਗਜ਼ੈਂਪਸ਼ਨ ਨਹੀਂ ਹੁੰਦੀ ਹੈ ਕੰਪਨੀ ਨੂੰ। ਫਿਰ ਡਬਲ ਟੈਕਸੇਸ਼ਨ ਇਜ਼ ਵੈਰੀ ਇੰਪੋਰਟੈਂਟ। ਪਹਿਲੇ ਤੁਹਾਡੀ ਕੰਪਨੀ ਜਦੋਂ ਮੁਨਾਫਾ ਕਰੇਗੀ, ਮੁਨਾਫੇ ਦੇ ਉੱਤੇ ਕੰਪਨੀ ਟੈਕਸ ਪੇ ਕਰੇਗੀ ਐਂਡ ਪ੍ਰੋਫਿਟ ਆਫਟਰ ਟੈਕਸ, ਜਾਂ ਜਿੰਨਾ ਮੁਨਾਫਾ ਤੁਹਾਡਾ ਟੈਕਸ ਤੋਂ ਬਾਅਦ ਬਚ ਗਿਆ, ਜਦੋਂ ਉਹ ਤੁਸੀਂ ਆਪਣੇ ਜ਼ਾਤੀ ਅਕਾਊਂਟ ਵਿੱਚ ਲਓਗੇ ਐਜ਼ ਅ ਡਿਵੀਡੈਂਡ ਜਾਂ ਸ਼ੇਅਰ ਹੋਲਡਰਸ ਐਜ਼ ਅ ਡਿਵੀਡੈਂਡ ਲੈਣਗੇ, ਤੇ ਉਸ ਡਿਵੀਡੈਂਡ ਨੂੰ ਆਪਣੀ ਪਰਸਨਲ ਟੈਕਸ ਰਿਟਰਨ ਵਿੱਚ ਐਡ ਕਰਕੇ ਤੁਸੀਂ ਫਾਈਲ ਕਰਨਾ ਹੈ, ਔਰ ਹੋ ਸਕਦਾ ਹੈ ਉਸ ਦੇ ਉੱਤੇ ਤੁਹਾਨੂੰ ਐਡੀਸ਼ਨਲ ਟੈਕਸ ਪੇ ਕਰਨਾ ਪੈ ਜਾਏ। ਸਟੈਂਪ ਡਿਊਟੀ ਦੀ ਚੇਂਜਸ ਆਈਆਂ ਨੇ ਅਕਤੂਬਰ 2024 ਵਿੱਚ, ਵੇਅਰ ਦੇ ਸਮ ਐਕਸਟਰਾ ਸਟੈਂਪ ਡਿਊਟੀਜ਼ ਅਪਲਾਈਡ, ਸੋ ਸਟੈਂਪ ਡਿਊਟੀ ਇਜ਼ ਸਮਥਿੰਗ ਐਲਸ ਦੈਟ ਕੈਨ ਅਫੈਕਟ ਯੂਰ ਡਿਸੀਜਨ। ਲਾਸਟਲੀ ਐਡਮਿਨ ਬਰਡਨ ਜਿਹੜਾ ਕੰਪਨੀ ਦਾ ਹੈ ਉਹ ਨਿਸਬਤਨ ਥੋੜ੍ਹਾ ਜਿਹਾ ਜ਼ਿਆਦਾ ਆਉਂਦਾ ਹੈ। ਤੁਹਾਨੂੰ ਸਾਲ ਵਿੱਚ ਕਨਫਰਮੇਸ਼ਨ ਸਟੇਟਮੈਂਟ ਫਾਈਲ ਕਰਨੀ ਹੈ, ਟੈਕਸ ਰਿਟਰਨ ਫਾਈਲ ਕਰਨੀ ਹੈ, ਐਨੂਅਲ ਅਕਾਊਂਟਸ ਫਾਈਲ ਕਰਨੇ ਹੈ, ਐਂਡ ਯੂ ਹੈਵ ਟੂ ਕੰਪਲਾਈ ਵਿਦ ਅਦਰ ਸਟੈਚੂਟਰੀ ਰਿਕੁਆਇਰਮੈਂਟਸ। ਸੋ ਪਰਸਨਲ ਨਾਂ 'ਤੇ ਜਾਂ ਕੰਪਨੀ ਦੇ ਨਾਂ 'ਤੇ, ਲਾਈਕ ਆਈ ਸੈਡ, ਦੈਟਸ ਅ ਸਟ੍ਰੈਟੇਜਿਕ ਡਿਸੀਜਨ ਦੈਟ ਯੂ ਨੀਡ ਟੂ ਲੁੱਕ ਐਟ। ਅਗਰ ਤੁਸੀਂ ਸਿੰਪਲਿਸਿਟੀ ਚਾਹੁੰਦੇ ਹੋ, ਡਾਇਰੈਕਟ ਕੰਟਰੋਲ ਚਾਹੁੰਦੇ ਹੋ, ਪਰਸਨਲ ਓਨਰਸ਼ਿਪ ਚਾਹੁੰਦੇ ਹੋ, ਦੈਨ ਯੂ ਸ਼ੁਡ ਗੋ ਫॉर, ਔਰ ਯੂ ਕੈਨ ਗੋ ਫॉर ਇਨ ਯੋਰ ਪਰਸਨਲ ਨੇਮ। ਮਗਰ ਅਗਰ ਤੁਸੀਂ यू आर थिंकिंग अहेड, आप टैक्स एफिशिएंसी चाहते हो, स्टेट प्लानिंग चाहते हो, दैन कंपनी कुड बी अ स्मार्टर ऑप्शन फॉर यू। इस दे बारे तुहानूं अगर मजीद मालूमात चाहिए है या हेल्प चाहिए है तो साडी कॉन्टैक्ट डिटेल्स आ रही ने। वी आर योर स्पैशलिस्ट प्रॉपर्टी अकाउंटेंट्स।